BA ਭਾਗ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਅੱਜ ਆਪਾਂ ਤੁਹਾਡੇ ਪਾਠਕ੍ਰਮ ਵਿੱਚ ਤੁਹਾਡੇ ਸਿਲੇਬਸ ਵਿੱਚ ਸ਼ਾਮਲ ਕੀਤੇ ਗਏ ਕਵੀ ਮੋਹਨਜੀਤ ਬਾਰੇ ਗੱਲ ਕਰਨ ਜਾ ਰਹੇ ਹਾਂ। ਮੋਹਨਜੀਤ ਆਧੁਨਿਕ ਪੰਜਾਬੀ ਕਵਿਤਾ ਦਾ ਜਾਣਿਆ ਪਹਿਚਾਣਿਆ ਨਾਂ ਹੈ। ਉਹ ਸਾਰੀ ਉਮਰ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਰਿਹਾ। ਉਸ ਦਾ ਜਨਮ 7 ਮਈ 1938 ਈਸਵੀ ਨੂੰ ਅਦਲੀਵਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਮੋਹਨਜੀਤ ਦੀਆਂ ਕਵਿਤਾਵਾਂ ਕਾਵਿ ਸੰਗ੍ਰਹਿਾਂ ਦਾ ਜ਼ਿਕਰ ਇਸ ਤਰ੍ਹਾਂ ਹੈ। ਸਹਿਕ ਦਾ ਸ਼ਹਿਰ 1974 ਈਸਵੀ ਦੇ ਵਿੱਚ ਉਹਨੇ ਪਹਿਲਾ ਕਾਵਿ ਸੰਗ੍ਰਹਿ ਲਿਖਿਆ ਸੀ। ਬਰ ਬਰੀਕ 1976, ਤੁਰਦੇ ਫਿਰਦੇ ਮਸਕਰੇ 1976, ਗੂੜੀ ਲਿਖਤ ਵਾਲਾ ਵਰਕਾ 1986, ਕੀ ਨਾਰੀ ਕੀ ਨਦੀ ਡਾਂਟਾਂ ਵਾਲੇ ਬੂਹੇ, ਓਲੇ ਵਿੱਚ ਉਜਿਆਰ ਹਵਾ ਪਿਆਜੀ, ਕੌਣੇ ਦਾ ਸੂਰਜ ਲੰਬੀ ਕਵਿਤਾ ਸੀ। ਉਸ ਦੀ ਕਵਿਤਾ ਉੱਚ ਸ਼੍ਰੇਣੀ ਅਤੇ ਨਾਅਰੇ ਤੋਂ ਮੁਕਤ ਹੈ। ਇਹ ਸਾਰੇ ਉਹਦੇ ਕਾਵਿ ਸੰਗ੍ਰਹਿ ਸੀਗੇ ਔਰ ਉਸ ਦੀ ਕਵਿਤਾ ਦੇ ਵਿੱਚ ਕੋਈ ਪ੍ਰਚਾਰ ਨਹੀਂ ਹੈਗਾ, ਕੋਈ ਨਾਅਰਾ ਨਹੀਂ ਹੈਗਾ। ਕਿਤੇ ਵੀ ਉਹਦੀ ਕਵਿਤਾ ਕਿਸੇ ਵੀ ਥਾਂ ਦੇ ਉੱਪਰ ਉਹਦੀ ਕਵਿਤਾ ਇੱਕ ਨਾਅਰਾ ਨਹੀਂ ਬਣਦੀ, ਪ੍ਰਚਾਰ ਨਹੀਂ ਬਣਦੀ। ਉਹ ਕਿਸੇ ਖਾਸ ਵਿਚਾਰਧਾਰਾ ਨਾਲ ਜੁੜ ਕੇ ਆਪਣੀ ਕਵਿਤਾ ਦਾ ਰਚਨਾ ਨਹੀਂ ਕਰਦਾ, ਸਗੋਂ ਉਸ ਦੀ ਕਵਿਤਾ ਦੇ ਵਿੱਚ ਜੋ ਵੀ ਵਿਸ਼ਾ ਪੇਸ਼ ਕੀਤਾ ਗਿਆ, ਉਹਦੇ ਵਿੱਚ ਜੋ ਵੀ ਵਿਅੰਗ ਹੁੰਦਾ ਹੈ, ਉਹ ਸਮਾਜ ਵਿੱਚ ਪ੍ਰਚਲਿਤ ਊਣਤਾਈਆਂ ਜਾਂ ਸਮਾਜ ਵਿੱਚ ਪ੍ਰਚਲਿਤ ਕੁਰੀਤੀਆਂ ਜਾਂ ਸਮਾਜ ਵਿੱਚ ਪ੍ਰਚਲਿਤ ਥੋੜ੍ਹਾਂ ਦੇ ਉੱਪਰ ਇੱਕ ਕਟਾਕਸ਼ ਕਰਦੀ ਹੈ ਉਸ ਦੀ ਕਵਿਤਾ। ਸ਼ਬਦ ਸੁਹਜ ਮੋਹਨਜੀਤ ਦੀ ਕਵਿਤਾ ਦਾ ਪ੍ਰਮੁੱਖ ਗੁਣ ਹੈ। ਮੀਰੀ ਗੁਣ ਹੁੰਦਾ ਪ੍ਰਮੁੱਖ ਗੁਣ। ਮੋਹਨਜੀਤ ਦੀ ਕਵਿਤਾ ਸਮਾਜਿਕ ਯਥਾਰਥ ਦੇ ਅਨੇਕਾਂ ਪਹਿਲੂਆਂ ਨੂੰ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਉਂਦੀ ਹੈ। ਹੁਣ ਸਮਾਜ ਦੇ ਵਿੱਚ ਬਹੁਤ ਸਾਰੇ ਅਜਿਹੇ ਵਿਸ਼ੇ ਹੈ ਜਿਨ੍ਹਾਂ ਬਾਰੇ ਮੋਹਨਜੀਤ ਦੀ ਕਵਿਤਾ ਗੱਲ ਕਰਦੀ ਹੈ ਔਰ ਉਹਦੇ ਸੱਚ ਨੂੰ ਸਾਹਮਣੇ ਲਿਆਉਂਦੀ ਹੈ। ਇਤਿਹਾਸਕ ਤੇ ਮਿਥਿਹਾਸਕ ਹਵਾਲੇ ਉਸ ਦੀ ਕਵਿਤਾ ਦੇ ਵਿੱਚ ਮਿਲਦੇ ਆ। ਜਦੋਂ ਉਹਦੀ ਕਵਿਤਾ ਦੇ ਵਿੱਚ ਜਿਹੜਾ ਵੀ ਵਿਸ਼ਾ ਹੁੰਦਾ ਉਹਨੂੰ ਕਲੀਅਰ ਕਰਨ ਦੀ ਖਾਤਰ, ਉਹਨੂੰ ਪੇਸ਼ ਕਰਨ ਦੀ ਖਾਤਰ ਉਹਦੇ ਪਿੱਛੇ ਜਿਹੜੇ ਹਵਾਲੇ ਦਿੱਤੇ ਜਾਂਦੇ ਉਹਦੇ 'ਚ ਇਤਿਹਾਸ ਮਿਥਿਹਾਸ ਛੁਪਿਆ ਪਿਆ। ਨਵੇਂ ਅਰਥਾਂ ਵਿੱਚ ਵਰਤਮਾਨ ਪ੍ਰਸੰਗ ਵਿੱਚ ਬੜੀ ਸਫਲਤਾ ਦੇ ਨਾਲ ਰੂਪਾਂਤਰਿਤ ਕਰ ਲੈਂਦਾ। ਜਿਹੜੇ ਇਤਿਹਾਸਕ ਤੇ ਮਿਥਿਹਾਸਕ ਹਵਾਲੇ ਹੈ ਨਾ, ਉਹਨਾਂ ਨੂੰ ਆਧੁਨਿਕਤਾ ਨਾਲ ਜੋੜ ਲੈਂਦਾ, ਵਰਤਮਾਨ ਪ੍ਰਸੰਗ ਦੇ ਵਿੱਚ ਜੋੜ ਕੇ ਤੇ ਆਪਣੀ ਕਵਿਤਾ ਦੇ ਵਿਸ਼ੇ ਨੂੰ ਸਾਫ਼ ਕਰ ਲੈਂਦਾ, ਕਲੀਅਰ ਕਰ ਲੈਂਦਾ ਹੈ ਔਰ ਉਹਨੂੰ ਉਹਦੇ ਵਿੱਚ ਬਦਲ ਲੈਂਦਾ। ਰੂਪਾਂਤਰਿਤ ਕਰਨਾ, ਬਦਲ ਲੈਣਾ ਜਾਂ ਉਹਦੇ ਵਿੱਚ ਬਦਲ ਕੇ ਪੇਸ਼ ਕਰ ਦੇਣਾ। ਓਲੇ ਵਿੱਚ ਉਜਿਆਰ ਅਤੇ ਕੀ ਨਾਰੀ ਕੀ ਨਦੀ ਕਾਵਿ ਸੰਗ੍ਰਹਿ ਦੀ ਕਵਿਤਾ ਵਿੱਚ ਬੁਨਿਆਦੀ ਤੌਰ ਤੇ ਔਰਤ ਦੇ ਸਰੋਕਾਰ ਹੈ, ਔਰਤ ਦੀ ਪੇਸ਼ਕਾਰੀ ਕੀਤੀ ਹੈ। ਵਰਤਮਾਨ ਸਾਹਿਤ ਦੇ ਵਿੱਚ, ਖਾਸ ਕਰਕੇ ਪੱਛਮੀ ਸਾਹਿਤ ਦੇ ਵਿੱਚ ਔਰਤ ਦੀ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਔਰਤ ਹਾਸ਼ੀਏ ਤੇ ਰਹੀ ਔਰ ਇੱਕ ਲੰਬੇ ਸੰਘਰਸ਼ ਤੋਂ ਬਾਅਦ ਪੱਛਮ ਦੇ ਵਿੱਚ ਨਾਰੀਵਾਦੀ ਲਹਿਰਾਂ ਨੇ ਔਰਤ ਨੂੰ ਉਹਦੇ ਹੱਕ ਦਿਵਾਏ। ਭਾਰਤੀ ਸਥਿਤੀਆਂ ਦੇ ਵਿੱਚ, ਪੂਰਬੀ ਸਥਿਤੀਆਂ ਦੇ ਵਿੱਚ ਜਾਂ ਪੰਜਾਬ ਦੀਆਂ ਸਥਿਤੀਆਂ ਦੇ ਵਿੱਚ ਔਰਤ ਦੀ ਸਥਿਤੀ ਅੱਜ ਵੀ ਹਾਸ਼ੀਏ ਤੇ ਹੀ ਹੈ। ਬੇਸ਼ੱਕ ਉਹ ਕਵਿਤਾ ਹੈ, ਗੀਤ ਹੈ ਜਾਂ ਕੋਈ ਵੀ ਹੋਰ ਸਾਹਿਤ ਦਾ ਰੂਪ ਹੈਗਾ, ਉਹਦੇ ਵਿੱਚ ਕਵਿਤਾ, ਉਹਦੇ ਵਿੱਚ ਔਰਤ ਦੀ ਜਿਹੜੀ ਪੇਸ਼ਕਾਰੀ ਹੈਗੀ ਹੈ ਉਹ ਹਾਸ਼ੀਏ ਤੇ ਰਹੀ ਹੈ। ਤੇ ਹੁਣ ਇਸ ਨੂੰ ਕੇਂਦਰ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਵਰਤਮਾਨ ਯੁੱਗ ਦੇ ਵਿੱਚ। ਔਰ ਔਰਤ ਦਾ ਜਿਹੜਾ ਸਥਾਨ ਹੈਗਾ ਸਮਾਜ ਦੇ ਵਿੱਚ ਉਹ ਬਦਲ ਰਿਹਾ। ਹੁਣ ਥੋੜਾ ਉਹਦੀ ਇੱਕ ਹੋਂਦ ਸਥਾਪਿਤ ਹੋ ਰਹੀ ਹੈ। ਨਹੀਂ ਤਾਂ ਔਰਤ ਹਮੇਸ਼ਾ ਹਾਸ਼ੀਏ ਤੇ ਰਹੀ ਹੈ। ਔਰਤ ਦੀ ਹੋਂਦ ਹੈ ਜਿਹੜੀ ਉਹਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਸਾਹਿਤਕਾਰਾਂ ਨੇ ਅੱਜ ਉਹਦੇ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਅੱਜ ਦੇ ਸਾਡੇ ਜਿਹੜੇ ਗਾਇਕ ਹੈ, ਗੀਤਕਾਰ ਹੈ, ਉਹ ਔਰਤ ਨੂੰ ਵਸਤੂ ਦੀ ਤਰ੍ਹਾਂ ਪੇਸ਼ ਕਰਦੇ ਹੈ। ਇਹਦੇ ਉੱਪਰ ਵੀ ਅੱਜ ਦੇ ਜਿਹੜੇ ਕਵੀ ਹੈ ਉਹ ਆਵਾਜ਼ ਬੁਲੰਦ ਕਰ ਰਿਹਾ ਕਿ ਨਹੀਂ, ਇਹ ਅਸਲ ਦੇ ਵਿੱਚ ਔਰਤ ਦੀ ਸਥਿਤੀ ਨੂੰ ਪੇਸ਼ ਕਰਨ ਦਾ ਢੰਗ ਨਹੀਂ ਹੈਗਾ। ਔਰਤ ਨੂੰ ਔਰਤ ਦੇ ਰੂਪ ਦੇ ਵਿੱਚ, ਇੱਕ ਇਨਸਾਨ ਦੇ ਰੂਪ ਦੇ ਵਿੱਚ ਪੇਸ਼ ਕਰਨ ਦੇ ਲਈ ਤੇ ਉਹਨਾਂ ਨੂੰ ਵੱਡੇ ਜੇਰੇ ਦੀ ਲੋੜ ਹੈ। ਮੋਹਨਜੀਤ ਔਰਤ ਦੀ ਕਾਮਨਾ ਨੂੰ ਆਵਾਜ਼ ਦਿੰਦਾ ਹੈ ਜਿਹੜੀ ਪ੍ਰਧਾਨ ਸਮਾਜ ਵਿੱਚ ਦਮਨ ਦਾ ਸ਼ਿਕਾਰ ਹੈ।
ਜਿਹੜੀ ਕਿਹੜੇ ਪ੍ਰਧਾਨ ਸਮਾਜ ਦੇ ਵਿੱਚ, ਮਰਦ ਪ੍ਰਧਾਨ ਸਮਾਜ ਦੇ ਵਿੱਚ ਦਮਨ ਦਾ ਸ਼ਿਕਾਰ ਹੈ। ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਤੇ ਜ਼ੁਲਮ ਹੋ ਰਿਹਾ ਹੈ, ਉਹਦਾ ਦਮਨ ਕੀਤਾ ਜਾ ਰਿਹਾ, ਉਹਦੀਆਂ ਭਾਵਨਾਵਾਂ ਨੂੰ ਚੈਲੰਜ ਕੀਤਾ ਜਾ ਰਿਹਾ, ਉਹਦੀਆਂ ਭਾਵਨਾਵਾਂ ਨੂੰ ਦਾ ਦਮਨ ਕੀਤਾ ਜਾ ਰਿਹਾ। ਉਹਦੇ ਅਗੇਂਸਟ, ਉਹਦੇ ਖਿਲਾਫ ਮੋਹਨਜੀਤ ਖੜਾ ਹੈ। ਸਖੀ ਉਸ ਦੀ ਕਵਿਤਾ ਦਾ ਅਜਿਹਾ ਰੂਪਕ ਹੈ ਜਿਹੜਾ ਔਰਤ ਨੂੰ ਪਿਆਰ ਤੇ ਸਨਮਾਨ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ ਕਿ ਔਰਤ ਦੀ ਹੋਂਦ ਹੈਗੀ ਸਮਾਜ ਦੇ ਵਿੱਚ, ਤੇ ਔਰਤ ਕਹਿੰਦੀ ਹੈ ਕਿ ਮੈਨੂੰ ਮੇਰਾ ਬਣਦਾ ਸਥਾਨ ਦਿੱਤਾ ਜਾਵੇ, ਮੈਂ ਵੀ ਇਨਸਾਨ ਹਾਂ, ਮੈਨੂੰ ਇਨਸਾਨ ਦੀ ਤਰ੍ਹਾਂ ਪੇਸ਼ ਕੀਤਾ ਜਾਵੇ, ਨਾ ਕਿ ਇੱਕ ਵਸਤੂ ਦੀ ਤਰ੍ਹਾਂ। ਸਮਾਜੀ ਵਰਤਾਰਿਆਂ ਨੂੰ ਉਹ ਪ੍ਰਗਤੀਸ਼ੀਲ ਨਜ਼ਰੀਏ ਤੋਂ ਪੇਸ਼ ਕਰਨ ਦਾ ਵਾਲਾ ਕਵੀ ਹੈ। ਹਾਂ, ਉਹ ਕਿਸੇ ਵੀ ਵਿਚਾਰਧਾਰਾ ਨਾਲ ਬੇਸ਼ੱਕ ਨਹੀਂ ਜੁੜਦਾ, ਪਰ ਉਹਦੀ ਕਵਿਤਾ ਦੇ ਵਿੱਚ ਪ੍ਰਗਤੀਸ਼ੀਲ ਨਜ਼ਰੀਆ ਜ਼ਰੂਰ ਦੇਖਣ ਨੂੰ ਮਿਲ ਜਾਂਦਾ ਹੈ। ਹੁਣ ਤੁਹਾਡੀਆਂ ਜਿਹੜੇ ਪਾਠਕ੍ਰਮ ਹੈਗਾ ਉਹਦੇ ਵਿੱਚ 2 ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਇੱਕ ਨਵੇਂ ਵਰ੍ਹੇ ਦਾ ਖੱਤ ਤੇ ਇੱਕ ਹੈਗਾ ਪੂਰਨ ਸਿੰਘ ਦੇ ਉੱਪਰ ਕਵਿਤਾ ਹੈਗੀ ਹੈ ਅੰਬਰ ਜਿੱਡਾ ਕਾਫੀਆ। ਇਹ 2 ਕਵਿਤਾਵਾਂ ਤੁਹਾਡੇ ਪਾਠਕ੍ਰਮ ਦੇ ਵਿੱਚ ਪੇਸ਼ ਕੀਤੀਆਂ। ਹੁਣ ਜਿਹੜੀ ਪਹਿਲੀ ਕਵਿਤਾ ਉਹਦੇ ਵਿੱਚ ਕੀ ਕਹਿੰਦਾ ਕਵੀ, ਨਵੇਂ ਵਰ੍ਹੇ ਦੇ ਖੱਤ ਵਿੱਚ ਨਵੇਂ ਵਰ੍ਹੇ ਉੱਤੇ ਬੱਚੇ, ਪਤਨੀ, ਮਿੱਤਰਾਂ, ਰਿਸ਼ਤੇਦਾਰਾਂ ਵੱਲੋਂ ਮੁਬਾਰਕ ਵਜੋਂ ਭੇਜੇ ਖੱਤਾਂ ਵਿਚਲੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਆ। ਉਹਨੂੰ ਕਵੀ ਨੂੰ ਹਰ ਇੱਕ ਨੂੰ ਮਿਲਦਾ ਨਵੇਂ ਸਾਲ ਦੇ ਜਿਹੜੀਆਂ ਵਧਾਈਆਂ, ਉਹ ਵੱਖ-ਵੱਖ ਰਿਸ਼ਤਿਆਂ ਦੇ ਵਿੱਚੋਂ ਆਉਂਦੀਆਂ, ਉਹਨਾਂ ਦੀ ਗੱਲ ਕਰਦਾ। ਪਰ ਇਹਨਾਂ ਖੱਤਾਂ ਵਿੱਚ ਕੁਝ ਖੱਤ ਕਵੀ ਨੂੰ ਦੱਖਣੀ ਭਾਰਤ ਦੇ ਮੰਦਰਾਂ, ਕਥਾ ਕਲੀਆਂ ਦੀਆਂ ਮੁਦਰਾਵਾਂ ਵਰਗੇ ਲੱਗਦੇ ਆ, ਜਿਨ੍ਹਾਂ ਵਿੱਚ ਉਕਰੀਆਂ ਸ਼ੁਭ ਇਛਾਵਾਂ ਵਿੱਚੋਂ ਕਵੀ ਨੂੰ ਉਹਨਾਂ ਦੀ ਬੇਵਸੀ, ਦੁੱਖ, ਤਕਲੀਫਾਂ ਦੀ ਟੋਹ ਪੈਂਦੀ ਹੈ, ਜੋ ਕਿ ਇਤਿਹਾਸ ਦੇ ਉਹਲੇ ਵਿੱਚ ਛਿਪੇ ਰਹਿ ਜਾਂਦੇ ਹਨ। ਹੁਣ ਇੱਕ ਨਵੇਂ ਸਾਲ ਦਾ ਜਿਹੜਾ ਵੈਲਕਮ ਹੈਗਾ, ਨਵੇਂ ਸਾਲ ਨੂੰ ਜੀ ਆਇਆਂ ਕਹਿਣਾ ਹੈਗਾ, ਉਹਦਾ ਵੀ ਫਰਕ ਹੁੰਦਾ ਗਰੀਬ ਬੰਦੇ ਲਈ ਤੇ ਅਮੀਰ ਬੰਦੇ ਲਈ। ਇਹ ਤੇ ਜਦੋਂ ਆਪਾਂ ਕਵਿਤਾ ਦਾ ਪਾਠ ਕਰਾਂਗੇ, ਦੇਖਦੇ ਹਾਂ ਉਸ ਸਮੇਂ ਕੀ ਕਹਿਣਾ ਚਾਹੁੰਦਾ ਕਵੀ। ਦੂਸਰੀ ਕਵਿਤਾ ਉਹਦੀ ਅੰਬਰ ਜਿੱਡਾ ਕਾਫੀਆ। ਅੰਬਰ ਜਿੱਡਾ ਕਾਫੀਆ ਦੇ ਵਿੱਚ ਕਵੀ ਨੇ ਬੜੇ ਵਧੀਆ ਢੰਗ ਦੇ ਨਾਲ ਪ੍ਰੋਫੈਸਰ ਪੂਰਨ ਸਿੰਘ ਬਾਰੇ ਲਿਖਿਆ, ਔਰ ਪ੍ਰੋਫੈਸਰ ਪੂਰਨ ਸਿੰਘ ਦਾ ਇੱਕ ਕਾਵ ਵਿਅਕਤ ਚਿੱਤਰ ਨੂੰ ਪੇਸ਼ ਕੀਤਾ, ਉਹਦੇ ਚਰਿੱਤਰ ਨੂੰ, ਉਹਦੇ ਬਿੰਬ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਔਰ ਸਫਲਤਾ ਦੇ ਨਾਲ ਪੇਸ਼ ਵੀ ਕੀਤਾ, ਜਿਸ ਵਿੱਚ ਕਵੀ ਪੂਰਨ ਸਿੰਘ ਦੀ ਸ਼ਖਸੀਅਤ ਦੀਆਂ ਪਰਤਾਂ ਨੂੰ ਉਘਾੜਦਾ, ਉਸ ਦੀ ਨਿਮਰਤਾ, ਸੰਜਮ, ਨਿਰਲੇਪਤਾ, ਵਿਗਿਆਨਕ ਤਰਕ ਭਰਪੂਰ ਸੋਚ, ਕੁਦਰਤ ਤੇ ਪੰਜਾਬੀਅਤ ਪ੍ਰਤੀ ਉਸ ਦੇ ਮੋਹ ਪਿਆਰ ਦੀ ਗੱਲ ਕਰਦਾ। ਬੁੱਧ, ਵਿਦਾਂਤ, ਜੋਗੀਆਂ, ਤੰਤਰੀਆਂ, ਸਿੱਖਾਂ ਦੇ ਆਚਾਰ ਵਿਹਾਰ ਦੀ ਝਲਕ ਉਸ ਦੀ ਸ਼ਖਸੀਅਤ ਵਿੱਚੋਂ ਮਿਲਦੀ ਹੈ। ਉਸ ਦੀ ਕਵਿਤਾ ਆਦਿਵਾਸੀਆਂ ਦੇ ਕਾਮਿਆਂ ਦੇ ਮਨੁੱਖੀ ਹੋਂਦ, ਆਦਿਵਾਸੀ ਤੇ ਜਿਹੜੇ ਕੰਮ ਕਰਨ ਵਾਲੇ ਮਜ਼ਦੂਰ ਲੋਕ, ਉਹਨਾਂ ਦੀ ਜਿਹੜੀ ਹੋਂਦ ਹੈਗੀ ਹੈ, ਉਹਦੇ ਮਸਲਿਆਂ ਦੇ ਨਾਲ ਸੰਵਾਦ ਰਚਾਉਂਦੀ ਹੈ, ਉਹਦੇ ਮਸਲਿਆਂ ਦੇ ਬਾਰੇ ਗੱਲ ਕਰਦੀ ਹੈ। ਉਸ ਦੀ ਕਵਿਤਾ ਇੱਕ ਵਿਸ਼ੇ ਦੇ ਤੌਰ ਦੇ ਉੱਪਰ ਉਹਨੂੰ ਪੇਸ਼ ਕਰਦੀ ਹੈ। ਉਸ ਦੀ ਇਨਸਾਨੀਅਤ ਪ੍ਰਤੀ ਚੇਤਨਤਾ ਦੀ ਬਾਤ ਪਾਉਂਦੀ ਹੈ। ਜਿਹੜਾ ਇੱਕ ਇਨਸਾਨ ਦਾ ਚਿਹਰਾ ਹੁੰਦਾ ਹੈ, ਉਹਨਾਂ ਦੇ ਵਿੱਚ ਉਹਦੀ ਵੀ ਗੱਲ ਕਰਦੀ ਹੈ ਉਸ ਦੀ ਕਵਿਤਾ। ਕੁਦਰਤ ਦੇ ਵਰਤਾਰਿਆਂ ਦਾ ਮਾਨਵੀਕਰਨ ਕਰਦਾ ਹੋਇਆ ਉਹ ਰੁੱਖਾਂ ਨਾਲ ਜੱਫੀਆਂ ਪਾਉਂਦਾ, ਉਹਨਾਂ ਨੂੰ ਝੂਮਣ ਲਾਉਂਦਾ, ਕੁਦਰਤ ਪ੍ਰਤੀ ਆਪਣੇ ਮੋਹ ਦੀ ਬਾਤ ਪਾਉਂਦਾ। ਇਹ ਪ੍ਰੋਫੈਸਰ ਪੂਰਨ ਸਿੰਘ ਬਾਰੇ ਦੱਸਿਆ ਹੈਗਾ। ਹੁਣ ਆਪਾਂ ਉਹਦੀਆਂ ਜਿਹੜੀਆਂ ਦੋਨੇ ਕਵਿਤਾਵਾਂ ਦਾ ਸਰਲ ਅਰਥ ਕਰਦੇ ਹਾਂ, ਤੇ ਜਦੋਂ ਸਰਲ ਅਰਥ ਹੋ ਜਾਣਗੇ ਨਾਲ ਹੀ ਤੁਹਾਡੇ ਪ੍ਰਸੰਗ ਸਾਹਿਤ, ਵਿਆਖਿਆ ਤੇ ਜਿਹੜੇ ਛੋਟੇ ਕੁਐਸਚਨ ਉਹਨਾਂ ਦੇ ਬਾਰੇ ਗੱਲ ਕਲੀਅਰ ਹੋ ਜੂਗੀ। ਨਵੇਂ ਵਰ੍ਹੇ ਦਾ ਖੱਤ, ਪਹਿਲੀ ਕਵਿਤਾ। ਨਵੇਂ ਵਰ੍ਹੇ ਦੇ ਆਵਣ ਨਾਲ ਹੀ ਮੈਨੂੰ ਕਿੰਨੇ ਖੱਤ ਮਿਲੇ ਨੇ। ਕਹਿੰਦਾ ਜਦੋਂ ਨਵਾਂ ਸਾਲ ਸ਼ੁਰੂ ਹੋ ਗਿਆ 1 ਜਨਵਰੀ, ਤਾਂ ਮੈਨੂੰ ਬਹੁਤ ਸਾਰੇ ਮੈਸੇਜ ਆ ਗਏ, ਮੈਨੂੰ ਬਹੁਤ ਸਾਰੇ ਖੱਤ ਮਿਲ ਗਏ। ਖੱਤ ਮੁਬਾਰਕ ਦੇ, ਇਹ ਮੇਰੇ ਬੱਚੇ ਦਾ ਖੱਤ, ਜਿਨ੍ਹਾਂ ਦੇ ਵਿੱਚ ਮੁਬਾਰਕਬਾਦ ਲਿਖੀ ਹੋਈ ਸੀ, ਮੇਰੇ ਬੱਚੇ ਦਾ ਖੱਤ। ਔਰ ਬਹੁ ਰੰਗਾ ਖੱਤ, ਇਹ ਮੇਰੀ ਪਤਨੀ ਦਾ ਖੱਤ। ਇੱਕ ਖੱਤ ਜਿਹਦੇ ਵਿੱਚ ਬਹੁਤ ਸਾਰੀਆਂ ਪਰਤਾਂ ਛੁਪੀਆਂ ਹੋਈਆਂ ਸੀ, ਬਹੁਤ ਸਾਰੇ ਰੰਗ ਛੁਪੇ ਹੋਏ ਸੀਗੇ। ਔਰ ਮੇਰੇ ਬੱਚੇ ਦਾ ਵੀ ਖੱਤ ਸੀਗਾ, ਪਤਨੀ ਦਾ ਵੀ ਖੱਤ ਸੀਗਾ। ਫਿੱਕੇ ਰੰਗਾਂ ਨਿੰਮੇ ਹਾਸ਼ੀਏ ਵਾਲਾ ਖੱਤ, ਉਹ ਖੱਤ ਮੇਰੇ ਪ੍ਰਦੇਸ਼ਾਂ ਵਿੱਚ ਰੁਲਦੇ ਮਿੱਤਰਾਂ ਦਾ ਚਿਹਰਾ ਹੈ। ਕਹਿੰਦਾ ਵੀ ਬਹੁਤ ਸਾਰੇ ਜਿਹੜੇ ਮੇਰੇ ਮਿੱਤਰ ਹੈ, ਪ੍ਰਦੇਸ਼ਾਂ ਦੇ ਵਿੱਚ ਗਏ ਹੈ, ਜਿਹੜੇ ਰੋਜੀ ਰੋਟੀ ਦੀ ਭਾਲ ਦੇ ਵਿੱਚ, ਉਹਨਾਂ ਦੇ ਖੱਤ ਵੀ ਮੈਨੂੰ ਮਿਲੇ ਹੈ। ਬੁੱਲਾਂ ਨਾਲ ਸੁਹਾਵਾਂ, ਪਲਕਾਂ ਵਿੱਚ ਲੁਕਾਵਾਂ, ਤੇ ਮੈਂ ਇਹਨਾਂ ਖੱਤਾਂ ਨੂੰ ਪਿਆਰ ਕਰਦਾ, ਇਹਨਾਂ ਖੱਤਾਂ ਨੂੰ ਆਪਣੇ ਬੁੱਲਾਂ ਨਾਲ ਸੁਹਾਉਣਾ, ਇਹਨਾਂ ਨੂੰ ਆਪਣੇ ਪਲਕਾਂ ਦੇ ਨਾਲ ਲਾਉਣਾ। ਇਹ ਆਪਣੇ ਖੱਤ, ਇਹ ਖੱਤ ਜੋ ਸਾਰੇ ਮੇਰੇ ਆਪਣੇ ਨੇ, ਹੋਰ ਵੀ ਕਿੰਨੇ ਖੱਤ ਮੈਨੂੰ ਆਏ। ਕਹਿੰਦਾ ਸਾਰੇ ਜਿਹੜੇ ਮੇਰੇ ਰਿਸ਼ਤੇਦਾਰ ਹੈ, ਮੇਰੇ ਦੋਸਤ ਮਿੱਤਰ ਹੈ, ਮੇਰੇ ਪਰਿਵਾਰਕ ਜੀ ਹੈ, ਉਹਨਾਂ ਸਾਰਿਆਂ ਦੇ ਖੱਤ ਮੈਨੂੰ ਮਿਲੇ ਹੈ, ਤੇ ਬਹੁਤ ਸਾਰੇ ਹੋਰ ਵੀ ਖੱਤ ਹੈ ਜਿਹੜੇ ਮੈਨੂੰ ਮਿਲੇ ਹੈ।
इन्हां होर खत्तां दे विच एक संत विनोबा दी छाया विच सोची डुੱਬੇ दक्षिणी भारत के मंदिरां जां कथ कलियां दीयां दिलकश मुद्रावां विच हसदे खत। इन्हां दे विच बहुत सारे विनोदा भावे दी विचारधारा नूं पेश करन वाले खत भी है। बहुत सारे जिहड़े साडे दक्षिणी भारत के मंदिरां दे विच मूर्तियां लगियां होईयां कथा कली दीयां दिलकश मुद्रावां वाले विचार जां उन्हां दी जिहड़ी दिलकश मुद्रावां वालियां स्थितियां नूं पेश करन वाले खत है जिहड़े वो भी मैनूं मिले। पर यह सच्ची मुच्ची दियां शुभ इच्छावां वाले खत मैनूं क्यों लगदे ने। अगे असली जिहड़ा कविता दे विच विशा आउंदा भुखे ढिड्डां लत्थे चेहरिਆਂ वाले खत। कहंदा साडे बहुत सारे भारत दे विच अजिहे लोग भी है जिहड़े ढिड्डां तो भुखे सौंदे है ते उन्हां दे चेहरिਆਂ दे उपर कोई रौनक नहीं हुंदी। फुटियां गलियां फुटियां गल्लां टुटियां छत्तां वाले खत। बहुत सारे लोग है जिहड़े बेचारे आसमान के हेठ सौंदे है उन्हां दे सिर के उपर छत भी नहीं हैगी ते ठरदे सर्दी दे विच जनवरी का महीना ठरदे हुए अंग है उन्हां दे। खिजियां अखां वाले खत और बेचारे उन्हां दे लई रोजी रोटी ही सब तो वड्डा मसला है ते उन्हां दी अखां दे विच सिर्फ ते सिर्फ खिज है। उन्हां दी अखां दे विच सिर्फ ते सिर्फ एक उदरेमा है। उन्हां दी अखां दे विच किते ना किते कोई चीज़ रह गई है उहदा जिक्र है। मेरी दीदी मेरी भांजी मेरे अध्यापक मित्र के खत होर भी बहुत सारे खत आए है जिन्हां दे विच खुशी है। पर मैनूं कहंदा कि इन्हां खत्तां दे पिछले पासे जिहड़े चेहरे दिख रहे हैं वो साडे भारत दे विच जिहड़ी गरीबी है और गरीबी दे विच जिउं रहे लोगां दे चेहरे भी दिखा रही है। इस ते उपर कवि ने एक कमेंट किया है एक विचार पेश किया है। सो विद्यार्थियों एक नवें साल के उपर आने वाले खत्तां दे विच कवि की सोचता है उहदे बारे गल की है। दूसरा जिहड़ा कविता तुहाडी अंबर जड्डा काफिया पूर्ण सिंह बारे गल की है। ललाट ते ज्योति कलश। हुण इस कवि की जिहड़ी कविता हैगी है इहदे एक रेखा चित्र पेश किया इस कविता दे विच। प्रोफैसर पूर्ण सिंह पंजाबी कविता का बहुत नामवर लेखक होया बहुत उच्च कोटि का लेखक होया और कवि होया। उसकी कविता की विशेषता की है। उसकी कविता की विशेषता यह है विद्यार्थियों कि उसने पहली बारी पंजाबी कविता दे विच खुली कविता का शुरुआत की। खुली कविता की शुरुआत की जिहड़े विचार दिते उन्हें वो खुली कविता दे विच दिते है। पहला शब्दबंद कविता हुंदी सीगी पहला किसी ना किसी तोल तकान दे विच कविता लिखी जाती सी। प्रोफैसर पूर्ण सिंह ने पहली बारी वार्तक की तरह कविता लिखी है खुली कविता लिखी है। ये एक नवीं प्राप्ति सी पंजाबी साहित्य लई पंजाबी कविता लई। हुण पहला जिहड़ा देखदे आपां की है ललाट ते ज्योति कलश सिर ते अंबर एक अख सुंदरां एक अख इछरां पैरां च गुरु दे घोड़े दीयां टापां ते हिक विचले पंजाब दा नाम पूर्ण सिंह है। ललाट हुंदा मत्था ज्योति कलश हुंदा ज्योति हैगा प्रकाश रोशनी कलश हैगा गुंमद गुंमद दा उतला चमकीला भाग उहनूं कलश कहंदे आ नोकदार हिस्से नूं। हुण कहंदा भी प्रोफैसर पूर्ण सिंह है ना जिहड़ा ਉਹਦਾ चेहरा मूहरा ਉਹਦੇ मत्थे उपर एक बहुत ही ज्योति कलश दिख रहा है। मैनूं कहंदा प्रोफैसर पूर्ण सिंह के चेहरे के उपर ਉਹਦੇ मत्थे के उपर और सिर उत्ते ਉਹਦੇ विशाल अंबर शोभ रहा है। हुण ये प्रोफैसर पूर्ण सिंह का चेहरा मूहरा है। ये प्रोफैसर पूर्ण सिंह की दिख है जिहड़ी मैनूं दिख रही है। ਉਹਦੇ मत्थे के उपर बहुत ही सुंदर एक मुकुट है ਉਹਦੇ मत्थे के उपर बहुत ही सुंदर कलश है ते सिर के उपर विशाल अंबर शोभ रहा है। ये मेरा साहित्य का मेरी भाषा का कवि प्रोफैसर पूर्ण सिंह है जिहदी मैं गल कर रहा ये कवि कह रहा। हुण एक पासे ਉਹਦੀ क्योंकि ਉਹਦੀ कविता ਦੇ ਵਿੱਚ सुंदरां ਦਾ भी जिक्र होया ਉਹਦੀ कविता ਦੇ ਵਿੱਚ इच्छरां ਦਾ भी जिक्र होया। इच्छरा पूर्ण भगत ਦੀ मां ते सुंदरां उस किस्से का एक पात्र है। पैरां च गुरु दे घोड़े दीयां टापां गुरु गोबिंद सिंह दा घोड़ा और प्रोफैसर पूर्ण सिंह दे कविता दे विच उन्हां दा भी जिक्र होया ते हिक विचले पंजाब दा नाम पूर्ण सिंह है। ते प्रोफैसर पूर्ण सिंह दे मन दे विच प्रोफैसर पूर्ण सिंह दे दिल दे विच पंजाब हमेशा ही वसदा रहा है। उस पंजाब दी गल प्रोफैसर पूर्ण सिंह कर रहे इसे करके कहंदा मैं पंजाब दा सारे चेहरे मूहरे नूं प्रोफैसर पूर्ण सिंह दा नाम दिना।
मैं ਉਹਨੂੰ ਜਦ ਵੀ ਬੱਚੇ ਵਾਂਗ ਪੁੱਛਦਾ ਛੋਹਾਂ, ਉਹ ਇੱਕ ਪਲ ਮੇਰੇ ਮੱਥੇ ਨੂੰ ਚੁੰਮਦਾ। ਜਦੋਂ ਵੀ ਮੈਂ ਪੁੱਛਦਾ ਭਾਈ ਮੈਂ ਤੈਨੂੰ ਇੱਕ ਵਾਰੀ ਛੋਹ ਕੇ ਦੇਖ ਲਾਂ, ਤੇ ਉਹ ਮੈਨੂੰ ਬੱਚੇ ਦੀ ਤਰ੍ਹਾਂ ਚੁੰਮ ਲੈਂਦਾ ਤੇ ਫਿਰ ਗੰਗਾ ਚੁੰਬੀ ਮਾਰ ਜਾਂਦਾ। ਗੰਗਾ ਨਦੀ ਜਿਹੜੀ ਸਾਡੇ ਹਿੰਦੂ ਧਰਮ ਦੇ ਵਿੱਚ ਪਵਿੱਤਰ ਨਦੀ, ਉਹਦਾ ਜ਼ਿਕਰ ਹੈ। ਗੰਗਾ ਜਿੱਥੇ ਉਹਦੇ ਰਾਮ ਤੀਰਥ ਦਾ ਚਿਹਰਾ ਹੈ। ਰਾਮ ਤੀਰਥ ਇੱਕ ਵਿਅਕਤੀ ਦਾ ਨਾਂ ਜਿਸ ਦੇ ਪ੍ਰੇਰਨਾ ਨਾਲ ਉਹ वेदांती बन गया सीगा और किते ना किते ਉਹਦੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਗਿਆ ਸੀ। ਗੰਗਾ ਜੋ ਉਹਦੀਆਂ ਅੱਖਾਂ ਵਿੱਚ ਸੀ, ਸੁਖਮਣੀ ਦਾ ਮਾਨ ਸਰੋਵਰ। ਸੁਖਮਣੀ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਹੈ ਔਰ ਉਹਦਾ ਇੱਕ ਕਿਤੇ ਨਾ ਕਿਤੇ ਜਿਹੜਾ ਸੁਖਮਣੀ ਸਾਹਿਬ ਦੇ ਵਿੱਚ ਇੱਕ ਵਿਸ਼ਾ ਪੇਸ਼ ਕੀਤਾ ਗਿਆ, ਜਿਹੜਾ ਇੱਕ ਵਿਚਾਰ ਪੇਸ਼ ਕੀਤਾ ਗਿਆ, ਉਹਦੇ ਕੋਲ ਉਹ ਵਿਚਾਰ ਵੀ ਹਮੇਸ਼ਾ ਹੀ ਰਹਿੰਦਾ ਹੈ। ਜਿੱਥੇ ਤਪੀਆਂ ਦਾ ਹੰਕਾਰ ਨਹੀਂ, ਸੁਰਤ ਦਾ ਰੋਸ਼ਾ ਕਾ ਉਗਦਾ ਹੈ। ਉੱਥੇ ਸੁਖਮਣੀ ਸਾਹਿਬ ਦੇ ਵਿੱਚ ਕੋਈ ਹੰਕਾਰ ਨਹੀਂ, ਹੰਕਾਰ ਤਾਂ ਤੋੜਦੀ ਹੈ ਸੁਖਮਣੀ ਸਾਹਿਬ। ਇਨਸਾਨ ਨੂੰ ਇਨਸਾਨੀਅਤ ਦਿਖਾਉਂਦੀ ਹੈ ਔਰ ਰੱਬ ਦਾ ਇੱਕ ਰਾਹ ਪੇਸ਼ ਕੀਤਾ ਜਾਂਦਾ, ਉਹਦੇ ਵਿੱਚ ਕੀਤਾ ਗਿਆ। ਸੁਰਤ ਦਾ ਰੋਸ਼ਾ ਕਾ ਉਗਦਾ ਹੈ ਔਰ ਉਹਦੀ ਸੁਰਤ ਬਿਲਕੁਲ ਪੱਧਰੀ ਹੋ ਜਾਂਦੀ ਹੈ ਤੇ ਉਹਦੇ ਵਿੱਚ ਸਿਰਫ ਤੇ ਸਿਰਫ ਵਿਚਾਰ ਭਰੇ ਜਾਂਦੇ ਆ ਜਿਹੜੇ ਕਿ ਪ੍ਰਮਾਤਮਾ ਨਾਲ ਮਿਲਣ ਦੀ ਗੱਲ ਕਰਦੇ ਆ। ਜਾਂ ਮਾਇਆ ਨੂੰ ਮਿਲਦਾ ਮਹਾ ਫਕੀਰਨੀ ਮਾਇਆ ਮੀਰਾ ਪੂਰਨ ਦੀ ਜਿਹਦੀਆਂ ਤਾਰਾਂ 'ਚ ਜੋਗਣਾ ਦੀ ਵੇਦਨਾ ਸੀ। ਤੇ ਜਾਂ ਫਿਰ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੇ ਵਿੱਚ ਇੱਕ ਵੇਦਨਾ ਉੱਭਰਦੀ ਹੈ, ਇੱਕ ਸੋਚ ਉੱਭਰਦੀ ਹੈ। ਇਹ ਸੋਚ, ਇਹ ਵੇਦਨਾ ਕਿਤੇ ਨਾ ਕਿਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਇੱਕ ਕਵੀ ਦੇ ਤੌਰ ਤੇ ਉੱਪਰ ਜਾਂ ਇੱਕ ਵਿਚਾਰਧਾਰਕ ਵਿਅਕਤੀ ਦੇ ਤੌਰ ਤੇ ਪੇਸ਼ ਕਰਦੀ ਹੈ। ਕਵੀ ਕਹਿੰਦਾ ਵੀ ਇਹ ਵਿਚਾਰ ਪੜ੍ਹ ਕੇ, ਇਸ ਤਰ੍ਹਾਂ ਦੀ ਸੋਚ ਦੇਖ ਕੇ ਮੈਨੂੰ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੀ ਇੱਕ ਸੋਚ ਮੇਰੇ ਮਨ ਦੇ ਵਿੱਚ ਉੱਭਰਦੀ ਹੈ, ਇੱਕ ਵੇਦਨਾ ਸੁਣਾਈ ਦਿੰਦੀ ਹੈ ਤੇ ਉਸ ਵੇਦਨਾ ਨਾਲ ਮੇਰਾ ਮਨ ਹੈ ਜਿਹੜਾ ਉਹ ਸੰਵੇਦਨਾ ਨਾਲ ਭਰ ਜਾਂਦਾ ਹੈ। ਇਹ ਸੰਵੇਦਨਾ ਅਸਲ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੇ ਵਿੱਚ ਪੇਸ਼ ਹੋਏ ਵਿਚਾਰਾਂ ਨਾਲ ਜਾ ਜੁੜਦੀ ਹੈ। ਮੈਂ ਜਦ ਵੀ ਉਹਨੂੰ ਵੇਖਦਾ, ਉਹ ਮੈਨੂੰ ਕਿਸੇ ਪੰਛੀ ਦੀ ਕਲਕਾਰੀ ਨਾਲ ਬੰਨ ਦਿੰਦਾ ਹੈ ਜਾਂ ਸੱਸੀ ਦੀਆਂ ਪੈੜਾਂ ਨਾਲ, ਪੈੜਾਂ ਜਿੱਥੇ ਸਾਰਾ ਮਾਰੂ ਸਲਾਮ ਕਰਦਾ ਹੈ। ਸੱਸੀ ਦੀਆਂ ਪੈੜਾਂ ਨੂੰ ਮਾਰੂਥਲ ਸਾਰਾ ਸਲਾਮ ਕਰਦਾ ਹੈ। ਉਹ ਵਿਸ਼ਾ ਵੀ ਉਹਦੀ ਕਵਿਤਾ ਦੇ ਵਿੱਚ ਪੇਸ਼ ਹੋਇਆ। ਉਸ ਵਿਸ਼ੇ ਦੀ ਗੱਲ ਵੀ ਮੈਂ ਕਰਦਾ। ਉਹ ਚਿੱਟੀ ਪਗੜੀ 'ਚ ਟੰਗਿਆ ਗੁਲਾਬੀ ਫੁੱਲ ਸੀ ਜਿਹੜਾ ਚੀਚੀ ਤੋਂ ਸੁੱਟੇ ਤੰਦ ਨਾਲ ਚੰਨ ਦਾ ਆਲ੍ਹਣਾ ਬੁਣਦਾ। ਹੁਣ ਪ੍ਰੋਫੈਸਰ ਪੂਰਨ ਸਿੰਘ ਨੇ ਸੱਸੀ ਦੀ ਗੱਲ ਵੀ ਕੀਤੀ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਕਵਿਤਾ ਦੇ ਵਿੱਚ ਜਿਹੜੀਆਂ ਕੁੜੀਆਂ ਤ੍ਰਿੰਜਣਾ ਕੱਤ ਰਹੀਆਂ ਉਹਦੀ ਗੱਲ ਵੀ ਕੀਤੀ ਹੈ। ਤ੍ਰਿੰਜਣਾ ਦੇ ਵਿੱਚ ਕਰਦੀਆਂ ਹੋਈਆਂ ਕੁੜੀਆਂ ਜਦੋਂ ਕਹਿੰਦਾ ਤੰਦ ਕੱਢਦੀਆਂ ਤੇ ਤੰਦ ਉੱਪਰ ਲੈ ਕੇ ਜਾਂਦੀਆਂ, ਇੱਦਾਂ ਲੱਗਦਾ ਜਿਵੇਂ ਚੰਦ ਤੇ ਇੱਕ ਆਲ੍ਹਣਾ ਬੁਣਿਆ ਜਾ ਰਿਹਾ ਹੋਵੇ। ਉਹ ਕੁੜੀਆਂ ਦਾ ਪਰਛਾਵੇਂ ਵੀ ਮੈਨੂੰ ਉਹਦੀ ਕਵਿਤਾ ਦੇ ਵਿੱਚ ਦਿਖ ਰਿਹਾ ਹੈ। ਕਵੀਆ ਤੂੰ ਗਾਰਗੀ ਧੀ ਦਾ ਡੋਲਾ ਤਾਂ ਚੁੱਕ ਲਿਆ, ਪਰ ਮਨ ਦਾ ਕਾਫੀਆ ਜ਼ਖਮੀ ਹੀ ਰਿਹਾ। ਹੁਣ ਕਹਿੰਦਾ ਪ੍ਰੋਫੈਸਰ ਪੂਰਨ ਸਿੰਘ ਅੰਤਮ ਸਮਾਂ ਬਹੁਤ ਛੋਟੀ ਉਮਰ ਦੇ ਵਿੱਚ ਮਰ ਗਿਆ ਸੀ, ਇਸ ਦੁਨੀਆ ਤੋਂ ਚਲਿਆ ਗਿਆ ਸੀਗਾ ਔਰ ਤਬਦਿਕ ਦੇ ਰੋਗ ਨਾਲ, ਇੱਕ ਨਾਮਰਾਦ ਬਿਮਾਰੀ ਨਾਲ ਉਹਦੀ ਡੈਥ ਹੋਈ ਸੀਗੀ। ਕਹਿੰਦਾ ਵੀ ਤੂੰ ਸਾਰਾ ਲੋਕਾਂ ਦੇ ਦਰਦ ਨੂੰ ਤਾਂ ਪੇਸ਼ ਕਰਤਾ ਆਪਣੀ ਕਵਿਤਾ ਦੇ ਵਿੱਚ, ਧੀਆਂ ਦੇ ਦਰਦ ਨੂੰ ਪੇਸ਼ ਕਰਤਾ, ਨੌਜਵਾਨਾਂ ਦੇ ਦਰਦ ਨੂੰ ਪੇਸ਼ ਕਰਤਾ, ਪੰਜਾਬੀਆਂ ਦੇ ਦਰਦ ਨੂੰ ਪੇਸ਼ ਕਰਤਾ, ਪਰ ਤੂੰ ਆਪਣੇ ਜ਼ਖਮ ਨੂੰ, ਆਪਣੇ ਦਰਦ ਨੂੰ ਨਾ ਸਮਝ ਸਕਿਆ। ਸੁਣਿਆ ਸੀ ਮੱਥੇ ਦੇ ਹਾਲੇ ਦੀ ਟਕੋਰ ਨਾਲ ਫੇਫੜਿਆਂ ਦੇ ਛੇਕ ਮਿਲ ਜਾਂਦੇ ਹਨ। ਕਹਿੰਦਾ ਵੀ ਜਿਹੜੇ ਤਬਦੀਕ ਦਾ ਤੇਰਾ ਰੋਗ ਸੀ ਉਹ ਖਤਮ ਹੋ ਜਾਂਦਾ ਹੋ ਸਕਦਾ ਸੀ, ਪਰ ਤੇਰੇ ਛੇਕ ਤਾਂ ਹੋਰ ਚੌੜੇ ਹੁੰਦੇ ਗਏ ਤੇ ਇੱਕ ਦਿਨ ਇਹਨਾਂ ਛੇਕਾਂ ਵਿੱਚ ਮਾਇਆ ਦੇ ਸਾਰੇ ਚੁੰਮਣ ਗੁੰਮ ਗਏ। ਕਹਿੰਦਾ ਤੂੰ ਇਸ ਦੁਨੀਆ ਤੋਂ ਚਲਿਆ ਗਿਆ, ਤੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਉਹਦੇ ਨਕਸ਼ਾਂ ਚੋਂ ਸੂਰਜ ਨਿਕਲਦਾ ਸੀ, ਉਹਦੇ ਤੁਰਿਆਂ ਹਵਾ ਵਗਦੀ ਸੀ। ਪ੍ਰੋਫੈਸਰ ਪੂਰਨ ਸਿੰਘ ਦੀ ਸ਼ਖਸੀਅਤ ਇਸ ਤਰ੍ਹਾਂ ਦੀ ਸੀ। ਕਹਿੰਦਾ ਜਦੋਂ ਉਹ ਤੁਰਦਾ ਸੀਗਾ ਤੇ ਉਹਦੇ ਤੁਰਨ ਦੇ ਨਾਲ ਸੂਰਜ ਉਦੇ ਹੁੰਦਾ ਸੀ, ਉਹਦੇ ਤੁਰਨ ਦੇ ਨਾਲ ਹਵਾ ਚਲਦੀ ਸੀ। ਉਹਦੀ ਨਜ਼ਰ 'ਚ ਘਟਾ ਸੀ, ਕਹਿਕਸ਼ਾਂ ਉੱਤੇ ਸ਼ਬਦਾਂ ਤੋਂ ਬਣੀ ਹੈ। ਸਵਰਾਤ ਉਹਦੀ ਉਦਾਸੀ ਸੀ, ਪੂਰਨਿਮਾ ਉਹਦੀ ਕਵਿਤਾ, ਚੰਨ ਇਸ ਕਵਿਤਾ ਦਾ ਸਰਲੇਖ ਸੀ। ਇਹ ਪ੍ਰੋਫੈਸਰ ਪੂਰਨ ਸਿੰਘ ਦੀ ਪ੍ਰਸ਼ੰਸਾ ਕੀਤੀ ਹੈ ਕਵੀ ਨੇ। ਵਿਦਿਆਰਥੀਓ, ਕੁਝ ਸ਼ਬਦ ਆਏ ਆ ਪਹਿਰੇ ਦੇ ਵਿੱਚ, ਇਹ ਪਹਿਲਾਂ ਸਮਝੀਏ ਆਪਾਂ। ਕਹਿਕਸ਼ਾਂ ਕੀ ਹੁੰਦਾ? ਕਹਿਕਸ਼ਾਂ ਹੁੰਦਾ ਆਕਾਸ਼ ਗੰਗਾ, ਇੱਕ ਰਾਹ। ਬਚਪਨ ਦੇ ਵਿੱਚ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ, ਜਦੋਂ ਅਸੀਂ ਆਕਾਸ਼ ਵੱਲ ਝਾਕਦੇ ਹਾਂ ਤੇ ਇੱਕ ਰਾਹ ਦਿਖਦਾ ਸਾਨੂੰ। ਕਈ ਵਾਰੀ ਉਹਨੂੰ ਛੜਿਆਂ ਦਾ ਰਾਹ ਵੀ ਕਹਿ ਦਿੱਤਾ ਜਾਂਦਾ ਹੈ। ਇਹ
चमकीला जिहा एक राह हैगा। ते बचपन दे विच सुणदे सीगे कि अपना पानी भरदे आ ओह इदां दी गल। ये एक रूहानी राह है जिहड़ा हनेरी रात विच सड़क वांग दूर तक दिखाई दिंदा है, उहनूं कहकशां कहा जांदा है। दूसरा शब्द सीगा सवरात। जिहड़ा सवरात शब्द है ना, इहदा शब्द दा संबंध इस्लाम धर्म दे नाल है। इस्लाम धर्म दे विच 8वें महीने दी 15ਵੀਂ रात जदों फरिश्ते रब दे हुक्म नाल भोजन बनते हैं तो उम्र का हिसाब लाउंदे है। ठीक है। तीसरा शब्द जिहड़ा इहदे च है पूर्णिमा। पूर्णिमा हुंदा पूर्णमाशी। पूर्णमाशी दे रात नूं जिहड़ा चंद्रमा अपने पूरे जोबन ते हुंदा है। सो ये 3 शब्द जिन्हां दे अर्थां तुहानूं पता होना चाहिए सी। ते कहंदा भी जिहड़ी प्रोफैसर पूर्ण सिंह दी कविता दे विच सारा कुछ उभरदा है। कहकशां भी है, सवरात भी है, पूर्णिमा पूर्णमाशी दी रात दा जिक्र भी है। इस कविता का जिहड़ा सिरलेख है वह हैगा चन्न। सो ਉਹਦੀ ਜਿਹੜੀ कविता पंजाबी ਦੇ ਵਿੱਚ ਜਿਹੜੀ ਉਹਨੇ कविता लिखी गई है वो कविता असल ਦੇ पंजाबीयत ਦੀ ਗੱਲ ਕਰਦੀ ਹੈ। ਅਸਲ ਦੇ ਵਿੱਚ ਉਹਦੇ ਵਿੱਚ पंजाबीयत ਦੀ ਜ਼ਿਕਰ ਹੋਇਆ ਹੈ। ਸੋ ਉਹਦੀ कविता ਪੰਜਾਬ पंजाबीयत ਅਤੇ ਪੰਜਾਬ ਦੇ ਸਮੁੱਚੇ ਸੱਭਿਆਚਾਰ ਨੂੰ ਪੇਸ਼ ਕਰ ਰਹੀ ਹੈ। ਉਸ ਦੀ कविता ਦੇ ਵਿੱਚ ਧਰਮਾਂ ਤੋਂ ਉੱਪਰ ਉੱਠ ਕੇ ਗੱਲ ਕੀਤੀ ਗਈ ਹੈ। ਪੰਜਾਬ ਦੇ ਪਿਆਰ ਦੀ ਗੱਲ ਕੀਤੀ ਹੈ, ਮੁਹੱਬਤ ਦੀ ਗੱਲ ਕੀਤੀ ਹੈ। प्यार ओदी हौं सी, हौं हुंदा हौम। ओदी कविता दे विच प्यार उभर रहा है जिस नाल चेतना दे दीवे जगदे है, लोगां दी सोच अगे वधदी है, सोच दी गल हुंदी है, चेतना दा विकास हुंदा है, जिस नाल मन चित्त भरिया लगदा है। ये जदों चेतना दा प्रकाश हुंदा है, इहदे नाल मन ते चित्त दोने राजी हो जांदे, दोने भर जांदे आ, जिस विच होश नूं ध्यान मिलदा है, जिस विच सुरत दे जलौ दी झिलमिल हुंदी है। होश ते ध्यान दोने इकट्ठे हो जाते हैं। इहदे नाल की है कि मनुख दा मानसिक विकास हुंदा है। वो बुद्ध दा ध्यान सी, वेदांत दा त्याग। उहदे कविता दे विच बुद्ध दा जिहड़ा विचारधारा सी जां बुद्ध दा जिहड़ा विचार सीगे, बुद्ध धर्म दे विचार वो भी मिलदे है। उहदी कविता दे विच वेदांत दा त्याग भी मिलदा है, जोगियां दा हठ भी मिलदा है, तंत्रियां दी कुंडलिनी भी मिलदी है, तंत्रियां दा जिहड़ा उहदा अपनी विचारधारा हैगी वो भी मिल जांदी है। सूफियां दा वसल वसल हुंदा है, मिलाप रब नाल मिलाप वो भी मिलदा है। सिक्खी दा सच आचार ते सिक्खी दा सच आचार है जिहड़ा ओह तां पेश होया ही होया कविता दे विच, ये सारा कुछ मिलदा है। इस तो इलावा उसदी कविता दे विच शब्द उहदा गुरु सी। गुरु साहिबानां दी विचारधारा प्रोफैसर पूर्ण सिंह दी कविता दे विच थां थां ते मिलदी है। नाम उहदी जात सी, मनुख उहदा फलसफा सी। ते ओह सिर्फ धर्मां तो उपर उठ के नाम दी गल करदा सीगा, ਉਹ ਮਨੁੱਖਤਾ ਦੀ ਗੱਲ ਕਰਦਾ ਸੀਗਾ। ਮਨੁੱਖਤਾ ਜਿਹੜੀ ਹੱਸਦੀ ਰਹੇ, ਬਸਦੀ ਰਹੇ, ਬੇਸ਼ੱਕ ਰੋਂਦੀ ਹੈ, ਗਾਉਂਦੀ ਹੈ, ਨੱਚਦੀ ਹੈ, ਰੋਂਦੀ ਹੋਈ ਵੀ ਅੱਗੇ ਵੱਧਦੀ ਹੈ, ਗਾਉਂਦੀ ਨੱਚਦੀ ਤਾਂ ਅੱਗੇ ਵੱਧਦੀ ਹੈ। ਉਹ ਸੋਚਦਾ ਹੈ, ਉੜਦਾ ਹੈ, ਢਹਿੰਦਾ ਹੈ। ਮਨੁੱਖ ਉਹਦਾ ਧਰਮ ਸੀ ਤੇ ਮਨੁੱਖਤਾ ਹੀ ਉਹਦਾ ਧਰਮ ਸੀ, ਜਿਹੜੀ ਉਹਦੀ ਕਵਿਤਾ ਦੇ ਵਿੱਚ ਪੇਸ਼ ਹੈ। ਉਹਦੇ ਸ਼ਬਦਾਂ ਵਿੱਚ ਬੱਦਲ ਗਰਜਦੇ ਤੇ ਛਾਂ ਸਾਹ ਲੈਂਦੀ ਹੈ। ਉਹਦੇ ਸ਼ਬਦਾਂ ਦੇ ਵਿੱਚ ਬੱਦਲਾਂ ਦੀ ਗਰਜ ਵੀ ਦਿਖਾਈ ਦਿੰਦੀ ਹੈ ਤੇ ਛਾਂ ਦਾ ਵੀ ਜ਼ਿਕਰ ਹੋਇਆ ਮਿਲਦਾ ਹੈ। ਧੁੱਪ ਵਿੱਚ ਰੂਪ ਘੋਲਦੀ ਅਹੀਰਨ ਤਾਂ ਉਹਦੀ ਅੰਗ ਸੰਗ ਸੀ। ਅਹੀਰਨ ਅਸਲ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਵਿੱਚ ਪੇਸ਼ ਹੋਈ ਇੱਕ ਔਰਤ ਪਾਤਰ ਹੈ। ਕਿਤੇ ਅਹੀਰਨ ਗੋਹੇ ਪੱਥਰੀ ਹੈ, ਕਿਤੇ ਅਹੀਰਨ ਚੁੱਲ੍ਹੇ ਚੌਕੇ ਦਾ ਕੰਮ ਕਰ ਰਹੀ ਹੈ, ਕਿਤੇ ਅਹੀਰਨ ਘਰ ਦੀ ਲਿਪਾ ਪੋਚੀ ਕਰ ਰਹੀ ਹੈ। ਇੱਕ ਔਰਤ ਦਾ ਜ਼ਿਕਰ ਇਹ ਉਹਦੀ ਕਵਿਤਾ ਦੇ ਵਿੱਚ ਥਾਂ ਥਾਂ ਤੇ ਪੇਸ਼ ਹੋਇਆ ਇੱਕ ਪਾਤਰ ਹੈ। ਮੈਂ ਜਦ ਵੀ ਉਹਦੀ ਅੱਖ ਨੂੰ ਫੜਨਾ ਚਾਹਿਆ, ਉਹ ਗਗਨ ਹੰਸਣੀ ਬਣ ਜਾਂਦੀ ਹੈ ਜਾਂ ਮਿਰਗਨੈਣੀ ਅੱਖੜ ਬਲੋਚ ਦੀ ਧੀ। ਤੇ ਉਹ ਕਿਤੇ ਨਾ ਕਿਸੇ ਰੂਪ ਦੇ ਵਿੱਚ ਅੱਖੜ ਔਰਤ ਦੇ ਰੂਪ ਦੇ, ਅੱਖੜ ਬਲੋਚ ਦੀ ਧੀ ਦੇ ਰੂਪ ਦੇ ਵਿੱਚ, ਕਿਤੇ ਹੰਸਣੀ ਦੇ ਵਿੱਚ, ਕਿਤੇ ਮਿਰਗਨੈਣੀ ਦੇ ਰੂਪ ਦੇ ਵਿੱਚ ਉਹਦੀ ਕਵਿਤਾ ਦੇ ਵਿੱਚ ਪੇਸ਼ ਹੋਈ ਹੈ। ਊਠ ਦੇ ਉੱਡਣ ਖਟੋਲੇ ਤੇ ਲਹਿਰ ਦੀ ਅਸਮਾਨੀ ਨਦੀ, ਇਹ ਉਹਦੀ ਕਾਵਿ ਸੰਗ੍ਰਹਿ ਦਾ ਨਾਂ ਸੀਗਾ। ਉਹ ਖੁੱਲੇ ਰੰਗ ਅਸਮਾਨੀ ਉਹਦਾ ਕਾਵਿ ਸੰਗ੍ਰਹਿ ਦਾ ਨਾਂ ਸੀ ਇੱਕ ਦਾ, ਪ੍ਰੋਫੈਸਰ ਪੂਰਨ ਸਿੰਘ ਦਾ, ਉਹਦਾ ਵੀ ਜ਼ਿਕਰ ਇਹ ਕਰ ਰਿਹਾ। ਉਹ ਗੁਰੂ ਦਾ ਸਿੱਖ ਸੀ, ਨਾਮ ਰੱਤਾ ਪੂਰਨ ਜੋਗੀ। ਹੁਣ ਇਹਦਾ ਵੀ ਜ਼ਿਕਰ ਹੋਇਆ, ਗੁਰੂ ਸਾਹਿਬਾਨਾਂ ਦੀ ਗੱਲ ਹੋਈ ਹੈ, ਨਾਮ ਦੀ ਗੱਲ ਹੋਈ ਹੈ, ਪੂਰਨ ਜੋਗੀ ਦੀ ਵੀ ਗੱਲ ਹੋਈ ਹੈ। ਮਾਇਆ ਜੀ ਦੀ ਹੀਰ ਸੀ, ਸੋਹਣੀ ਸੀ, ਸੱਸੀ ਸੀ, ਸੁੰਦਰਾਂ ਸੀ, ਜੱਟੀ ਸਾਹਿਬਾਂ। ਉਹ ਨਿਰਲੇਪਤਾ ਤੇ ਅੱਖੜ ਘੋੜੇ ਦਾ ਸਵਾਰ ਪੀਰ ਸ਼ਾਹ ਸਵਾਰ ਸੀ। ਤੇ ਉਸ ਦੀ ਕਵਿਤਾ ਦੇ ਵਿੱਚ ਜਿੰਨੇ ਵੀ ਸਾਡੇ ਕਿੱਸੇ ਦੇ ਵਿੱਚ ਪੇਸ਼ ਹੋਣ ਵਾਲੇ ਪਾਤਰ ਹੈ ਉਹਨਾਂ ਦਾ ਵੀ ਜ਼ਿਕਰ ਹੋਇਆ। ਜੋ ਦੁਨੀਆਦਾਰੀ ਦੇ ਗੁਬਾਰੇ ਨੂੰ ਹਰ ਘੜੀ ਹਵਾ ਵਿੱਚ ਉਛਾਲਦਾ ਸੀ। ਉਹ ਐਸਾ ਜੋਗੀ ਸੀ ਜਿਹਦੇ ਜੋਗੀਏ
उत्ते सत्त रंगी सुपने लैंदी सी, वो पंजाब दा रहतल वार दा जिजरान सी। कहंदा भी वो कविता दे विच वार दे इलाके दा जिक्र होया सी। वार दा इलाका जिहड़ा पंजाबियों ने वसाया सी, जिथे बहुत भोएं बड़ी तकड़ी सीगी, भूमि बड़ी तकड़ी है उत्थों दी, और उत्थे बहुत तगड़े तगड़े बाग पंजाबियों ने लाए सीगे। उत्थों दी जिहड़ी भूमि उपजाऊ होने करके पंजाबियों ने उन्होंने आबाद किया सीगा, ਉਹਦਾ ਜ਼ਿਕਰ भी ਉਹਦਾ मिलता है। ਉਹਦੀ कविता ਦੇ ਵਿੱਚ ਸਾਡੇ ਦਰਿਆਵਾਂ ਦਾ भी जिक्र मिलता है। ਉਹ सतलुज ਦਾ ਬਹਿਣ, अटकदी खुल, सतलुज ते अटक दरिया, झना दा पत्तन, रावी दा रौ, ये पंजाब दे दरियावां दे नां। गंगोत्री तां ਉਹਦੀ समाधि चों फुटदी सी। गंगोत्री जिथों गंगा शुरू हुंदी है, जिथों गंगा निकलदी है और शुरुआत हुंदी है, ਉਹ गंगोत्री है। ਉਹਦੀਆਂ ਅੱਖਾਂ ਵਿੱਚ कल कल करदियां कूलां सन, जिन्हां चों कविता झरदी सी, ते ਉਹਦੀਆਂ ਅੱਖਾਂ ਦੇ ਵਿੱਚੋਂ ਉਹਦੇ दिल दे विचों कविता निकलदी सी, झरदी सी, ते वो अगे आके पेजां दे उपर विछ जांदी सी, लिखी जांदी सी। उह कविता कविता कच्ची मिट्टी दी सुगंध, जंगली आत्मा दा नृत, ते ओहदी कविता दे विच पंजाब दी मिट्टी दा जिक्र सी, पंजाब दे जंगलां दा जिक्र सी, आदिवासियां दा नृत, आदिवासियां दा जिहड़ा नाच सी ओहदा भी जिक्र सी, कामिਆਂ ਦੇ ਮੁੜਕੇ ਦਾ ਬਿਸਮਾਦ ਦੇ ਜਿਹੜੇ ਕਾਮੇ ਲੋਕ ਪੰਜਾਬ ਦੇ ਸੀਗੇ, ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ, ਮਜ਼ਦੂਰ ਸੀਗੇ, ਉਹਨਾਂ ਦੇ ਮੁੜਕੇ ਦੀ ਖੁਸ਼ਬੂ ਵੀ ਉਹਦੇ ਦਾ ਜ਼ਿਕਰ ਵੀ ਮਿਲਦਾ ਸੀ ਉਹਦੀ ਕਵਿਤਾ ਦੇ ਵਿੱਚ। ਇਸ ਕਵਿਤਾ ਦੀ ਪਾਉਣ ਨਾਲ ਰੁੱਖਾਂ ਦੇ ਪੱਤੇ ਆਉਂਦੇ ਸਨ, ਤੇ ਜਦੋਂ ਰੁੱਤ ਬਦਲਦੀ ਸੀ ਨਵੇਂ ਪੱਤੇ ਨਿਕਲਦੇ ਸੀ। ਉਹਦੀ ਸੁਤੰਤਰਤਾ ਦਾ ਹੀ ਉਹਦੀ ਸੰਜਮ ਸੀ। ਉਹਦੀ ਸੁਤੰਤਰਤਾ ਉਹਦੀ ਕਵਿਤਾ ਦੇ ਵਿੱਚ ਜਿਹੜੀ ਉਹਦੀ ਆਜ਼ਾਦੀ ਦਾ ਰੂਪ ਪੇਸ਼ ਕੀਤਾ ਗਿਆ, ਉਹਦਾ ਸੰਜਮ ਸੀ, ਜਿਹੜਾ ਸੰਜਮ ਜਿਸ ਨਾਲ ਸਿਧਾਰਥ ਬੁੱਧ ਬਣ ਗਿਆ ਸੀ। बुद्ध सिद्धार्थ बुद्ध का असली नाम सीगा, और ये संजम करके ही सिद्धार्थ ने अपना नाम बदल के बुद्ध रख लिया सी, जां लोगों ने उन्हें बुद्ध कहना शुरू करता सी। एक विचारधारा सी बुद्ध धर्म की। ये संजम ਉਹਦੇ ਵਿੱਚ आर पार फैलिया होया सी। ਉਹਦਾ केंद्री थीम सीगा संजम, ते ਉਹਦੀ कविता का भी, पूर्ण सिंह ਦੀ कविता का भी यह केंद्री थीम सीगा, जिस नाल ਉਹ ਅੱਖਾਂ ਛਿਲਤਾਂ ਕੱਢਦਾ ਸੀ, जिस नाल कामां तो हंस बनते ने ते बंदे ਸਿੰਘ सजदे ने। बंदा सिंह बहादुर सिख कौम दे विच शामिल होया सी, वेदांती बंदा सी एक, और ये प्रोफैसर पूर्ण सिंह की कविता दे विच मिलदे है। ਉਹਦੇ फर्शी आनंद विच अर्श दी बिजली लहरा सी, ਉਹਦੀ मौज नूं रुख जफ्फियां पाउंदे सन, पशु ਡੀਕਦੇ सन। ਡੀਕਦਾ ਹੁੰਦਾ ਹੈਗਾ पानी पीना, ਡੀਕਣਾ, ਡੀਕਦੇ पानी पींदे सी। ਉਹਦੀ कविता ਦੇ ਵਿੱਚ पंजाब ਦੇ ਜਿਹੜੇ पशु पंछी ਉਹਨਾਂ ਦਾ भी जिक्र मिलदा है। ਉਹਦੀ लिव नाल पंछी पर तोलदे सन, ਉਹਦੇ रब गलियां विच सी। कहंदा भी ਉਹ ਜਿਹੜੀ भी पंछियां ਦੀ ਗੱਲ ਕਰਦਾ ਸੀ, ਜਦੋਂ पंछी ਉਹਦੀ कविता ਦੇ ਵਿੱਚ पर ਤੋਲਦੇ ਸੀਗੇ, ਉਹਨਾਂ ਦਾ जिक्र हो ਰਿਹਾ ਸੀਗਾ। ਉਹ ਰੱਬ ਦਾ ਜਿਸ ਦਾ ਜ਼ਿਕਰ ਕਰਦਾ ਸੀ, ਉਹ ਗਲੀਆਂ ਦੇ ਵਿੱਚ ਤੁਰਿਆ ਹੋਇਆ ਰੱਬ ਦੀ ਭਗਤੀ ਕਰਨ ਵਾਲਾ ਕਵੀ ਸੀ। ਉਹਦੀ ਮੁਸਕਾਨ ਘਾਹ ਤੇ ਅਟਕੇ ਤਰੇਲ ਤੁਪਕੇ ਸਨ, ਉਹਦੇ ਰੋਹ ਵਿੱਚ ਚੰਡੀ ਸੀ, ਸਬਰ ਚ ਸੁਖਮਣੀ। ਕਹਿੰਦਾ ਵੀ ਉਹਦੇ ਜਿਹੜਾ ਪੰਜਾਬੀਆਂ ਦਾ ਰੋਹ ਸੀਗਾ ਉਹਨੂੰ ਵੀ ਪੇਸ਼ ਕੀਤਾ, ਉਹਨੂੰ ਚੰਡੀ ਦਾ ਰੂਪ ਬਣਾ ਕੇ ਪੇਸ਼ ਕੀਤਾ। ਜਦੋਂ ਪੰਜਾਬੀਆਂ ਨੂੰ ਕੋਈ ललकारदा तो ਉਹਦਾ जवाब देन भी जानते सी पंजाबी, ਇਹਦਾ भी जिक्र किया है। तो दूसरे पासे ਉਹਦੀ कविता ਦੇ ਵਿੱਚ सबर का भी जिक्र होया है, ਜਿਹੜਾ ਸੁਖਮਨੀ ਸਾਹਿਬ ਦੇ ਵਿੱਚ सबर मिलता है। तो पंजाबियों ਦੇ ਵਿੱਚ सबर भी बहुत है, ਇਹਦਾ जिक्र भी ਉਹਦੀ कविता 'ਚ मिलता है। जाप ਉਹਦਾ सलीखा ਸੀ, ਤੇ जपजी साहब का भी जिक्र ਉਹਦਾ मिलता हैगा, और ਉਹਦਾ सलीका जपजी साहब वर्गा सी। ਉਹਦੀ रसोई किरत का जलसा सी, ਤੇ ਉਹਦੀ ਜਿਹੜੀ रसोई ਸੀਗੀ ਉਹ ਭੁੱਖਿਆਂ ਦੇ ਲਈ भोजन तैयार करने वाला एक जगह सी। ਉਹਦੇ आंगन ਵਿੱਚ 13 ही 13 ਸੀ, ਤੇ ਉਹਦੇ आंगन ਦੇ ਵਿੱਚ आंगन ਹੁੰਦਾ ਵਿਹੜਾ, ਤੇ ਉਹਦੇ ਵਿਹੜੇ ਦੇ ਵਿੱਚ ਗੁਰੂ ਸਾਹਿਬਾਨ ਦੀ ਜਿਹੜੀ ਵਿਚਾਰਧਾਰਾ ਸੀ ਉਹਦੇ ਅਨੁਸਾਰ 13 ਦਾ ਜ਼ਿਕਰ ਹੁੰਦਾ ਸੀ। ਉਹਦੀ ਹਾਂਡੀ ਚੋਂ ਇਤਰ ਉੜਦੀ ਸੀ। ਇਤਰ ਹੁੰਦਾ ਖੁਸ਼ਬੂ, ਹਾਂਡੀ ਹੁੰਦਾ ਗਾ ਘਰ ਦੇ ਵਿੱਚ ਖਾਣਾ ਬਣਾਉਣ ਵਾਲਾ ਇੱਕ ਭਾਂਡਾ ਬਰਤਨ। ਉਹਦੇ ਚੁੱਲ੍ਹੇ 'ਚ ਨੋਟ ਬਲਦੇ ਸਨ। ਉਹ ਫੱਕਰਾਂ ਦਾ ਤਕੀਆ, ਜੋਗੀਆਂ ਦਾ ਟਿੱਲਾ, ਜਪੀਆਂ ਦੀ ਸੰਗਤ ਤੇ ਬਾਗੀਆਂ ਦਾ ਵਤਨ ਸੀ। ਉਹਦੇ ਚੁੱਲ੍ਹੇ 'ਚ ਨੋਟ ਪਾ ਵੀ ਉਹ 24 ਘੰਟੇ ਤਿਆਰ ਰਹਿੰਦਾ ਸੀ ਗਰੀਬ ਲੋਕਾਂ ਨੂੰ ਭੋਜਨ ਛਕਾਉਣ ਦੇ ਲਈ। ਇਸ ਤਰ੍ਹਾਂ ਦਾ ਉਹਦਾ ਸੁਭਾਅ ਸੀਗਾ। ਉਹ ਫੱਕਰਾਂ ਵਰਗਾ ਸੀਗਾ, ਜੋਗੀਆਂ ਵਰਗਾ ਸੀਗਾ, ਜਪੀਆਂ ਦੀ ਸੰਗਤ ਤੇ ਬਾਗੀਆਂ ਦਾ ਵਤਨ ਸੀ। ਕਹਿੰਦਾ ਵੀ ਇੱਕ ਪਾਸੇ ਉਹ ਇਹਨਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਆਪਣੇ ਘਰ ਦੇ ਵਿੱਚ ਪਨਾਹ ਦਿੰਦਾ ਸੀ, ਤੇ ਦੂਸਰੇ ਪਾਸੇ ਜਿਹੜੇ ਬਾਗੀ ਲੋਕ ਸੀਗੇ ਵਤਨ ਦੇ ਲਈ ਲੜ ਰਹੇ ਸੀ ਉਸ ਸਮੇਂ, ਉਹਨਾਂ ਦਾ ਵੀ ਉਹਦੇ ਘਰ ਦੇ ਵਿੱਚ ਹਮੇਸ਼ਾ ਹੀ ਸਵਾਗਤ ਹੁੰਦਾ ਸੀ। ਹੜ੍ਹ ਆਏ ਤਾਂ ਉਹਦੀ ਖੇਤੀ ਨੂੰ ਖਾਦ ਮਿਲੀ, ਵਿਗਿਆਨ ਉਹਦੇ ਤਰਕ ਦਾ ਸੁਭਾਅ ਹੋ ਗਿਆ। ਕਹਿੰਦਾ ਹੜ੍ਹ ਖੇਤੀ ਰੋੜਦੀ ਨਹੀਂ ਸੀ, ਹੜ੍ਹ ਦੇ ਨਾਲ ਉਹਦੀ ਖੇਤੀ ਨੂੰ ਇੱਕ ਖਾਦ ਮਿਲਦੀ ਸੀ। ਇਸ ਤਰ੍ਹਾਂ ਦਾ ਜ਼ਿਕਰ ਉਹਦੀ ਕਵਿਤਾ ਦੇ ਵਿੱਚ ਜਾਂ ਸੁਭਾਅ ਦੇ ਵਿੱਚ ਆ ਕੇ ਸ਼ਾਮਲ ਹੋ ਗਿਆ ਸੀ। ਉਹਦਾ ਅਮਲ ਹੀ ਉਹਦੇ
ਰਹੱਸ ਸੀ, ਉਹਦੀ ਰਹਿਤਲ ਹੀ ਉਸਦਾ ਜਸ ਸੀ। ਕਹਿੰਦਾ ਜਿਹੜਾ ਉਸ ਬੰਦੇ ਦੀ ਕੰਮ ਕੀਤਾ, ਜੋ ਉਸ ਬੰਦੇ ਨੇ ਕਿਹਾ ਉਹੀ ਉਹਨੇ ਜ਼ਿੰਦਗੀ 'ਚ ਭੋਗਿਆ, ਉਹੀ ਉਹਨੇ ਜ਼ਿੰਦਗੀ ਦੇ ਵਿੱਚ ਵਿਚਾਰ ਦੇ ਤੌਰ 'ਤੇ ਪੇਸ਼ ਕੀਤਾ। ਇਹ ਉਸਦੀ ਕਵਿਤਾ ਦਾ ਰਹੱਸ ਸੀਗਾ, ਉਹਦੀ ਵਿਚਾਰਧਾਰਾ ਦਾ ਰਹੱਸ ਸੀ, ਉਹਦੀ ਰਹਿਤ ਹੀ ਉਸਦਾ ਜਸ ਸੀ, ਤੇ ਜਿਹੜੀ ਉਹਨੇ ਰਹਿਤ ਮਰਜ਼ਾਦਾ ਜ਼ਿੰਦਗੀ ਦੇ ਵਿੱਚ ਰੱਖੀ ਉਹੀ ਉਸਦਾ ਜਸ ਸੀ। ਪੂਰਨ ਸਿੰਘ ਉਹ ਮਾਹੌਲ ਸੀ ਜਿਹਦਾ ਕਾਇਆ ਦਾ ਨਾਂ ਕੁਦਰਤ ਹੈ। ਤੇ ਪ੍ਰੋਫੈਸਰ ਪੂਰਨ ਸਿੰਘ ਇੱਕ ਇਸ ਤਰ੍ਹਾਂ ਦੇ ਮਾਹੌਲ ਦੀ ਗੱਲ ਕਰਦਾ ਜਿਹਦੀ ਕਵਿਤਾ ਦੇ ਵਿੱਚ ਕੁਦਰਤ ਦਾ ਜ਼ਿਕਰ ਹੋਇਆ, ਉਹਦੇ ਜ਼ਿਕਰ ਉਹਦੇ ਸਰੀਰ, ਉਹਦੇ ਆਤਮਾ ਦੇ ਆਰ ਪਾਰ ਫੈਲੇ। ਵਿਦਿਆਰਥੀਓ, ਤੁਸੀਂ ਮੋਹਨ ਜੀ ਦੀਆਂ ਇਹਨਾਂ ਦੋਨਾਂ ਕਵਿਤਾਵਾਂ ਨੂੰ ਧਿਆਨ ਨਾਲ ਪੜ੍ਹਿਓ, ਉਹਦੇ ਸਰਲ ਅਰਥ, ਵਿਆਖਿਆ ਤੇ ਸਾਰਾਂ ਦਾ ਤਿਆਰੀ ਕਰ ਲਿਓ ਤਾਂ ਕਿ ਤੁਸੀਂ ਆਪਣੇ ਪੇਪਰ ਦੀ ਮੁਕੰਮਲ ਰੂਪ ਦੇ ਵਿੱਚ ਤਿਆਰੀ ਕਰ ਸਕੋ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਅਗਲੇ ਲੈਕਚਰ ਦੇ ਵਿੱਚ ਅਗਲੇ ਕਵੀ ਦਾ ਜ਼ਿਕਰ ਕਰਾਂਗੇ।